Dear students, welcome back to new lecture on units and measurement. In this lecture, we will discuss mass in detail. आज ਅਸੀਂ ਜਿਹੜਾ ਹੈ mass ਬਾਰੇ ਜਿਹੜਾ ਹੈ ਡਿਟੇਲ ਦੇ ਵਿੱਚ ਪੜਨ ਜਾ ਰਹੇ ਹਾਂ। ਲਾਸਟ ਲੈਕਚਰ ਦੇ ਵਿੱਚ ਅਸੀਂ ਕੁਝ ਪ੍ਰੀਫਿਕਸਿਸ ਬਾਰੇ ਜਿਹੜਾ ਗੱਲਾਂ ਕਰ ਰਹੇ ਸੀ। ਆਓ ਪਹਿਲਾਂ 1-2 ਮਿੰਟ ਜਿਹੜਾ ਹੈ ਪਹਿਲਾਂ ਉਹਨਾਂ ਪ੍ਰੀਫਿਕਸਿਸ ਬਾਰੇ ਅਸੀਂ ਦੁਬਾਰਾ ਸਟੱਡੀ ਕਰਦੇ ਹਾਂ। Now, if I write 1 MW, ਇਹਦੇ ਵਿੱਚੋਂ ਪ੍ਰੀਫਿਕਸ ਕਿਹੜਾ ਹੈ m, ਜਿਹੜਾ ਯੂਨਿਟ ਤੋਂ ਪਹਿਲਾਂ ਲਗਾਇਆ ਜਾਏਗਾ। 1 ਮੈਗਾਵਾਟ, ਇਹਨੂੰ ਅਸੀਂ ਮੈਗਾ ਪੜ੍ਹਦੇ ਹਾਂ। 1 ਮੈਗਾਵਾਟ ਇਜ਼ ਇਕੁਅਲ ਟੂ, ਇਹਦੀ ਜਿਹੜੀ ਵੈਲਿਊ ਹੈ ਇਟ ਵਿਲ ਬਿਕਮ 10 ਰੇਜ਼ ਟੂ ਪਾਵਰ 6 ਵਾਟ। 1 ਮੈਗਾ ਦੀ ਜਗ੍ਹਾ ਤੇ 10 raised to power 6 ਵਾਟ ਹੋ ਜਾਏਗਾ। If I write 1 ਸੈਂਟੀਮੀਟਰ, ਇਹ ਯੂਨਿਟ ਹੋ ਗਿਆ, ਇਹ ਉਹਦਾ ਅੱਗੇ ਪ੍ਰੀਫਿਕਸ ਹੋ ਗਿਆ। ਸਾਡੇ ਕੋਲ ਜਿਹੜਾ ਬਣ ਗਿਆ ਸੈਂਟੀਮੀਟਰ ਦਾ ਹੁੰਦਾ ਹੈ 10 raised to power -2 ਮੀਟਰ। ਇਹਦਾ ਮਤਲਬ 1 ਸੈਂਟੀਮੀਟਰ will be equal to 10 raised to power -2 meter. Similarly, I can write 1 km. K means किलो, तो किलो की जी वैल्यू है असी याद की है 10 raised to power 3 मीटर। 1 किलोमीटर will be equal to 10 raised to power 3 मीटर। ਇਹ ਸਾਡੇ कुछ ਜਿਹੜੇ ਨੇ ਪ੍ਰੀਫਿਕਸਿਸ ਜਿਹੜੇ ਤੁਸੀਂ ਇਹ ਆਲਰੇਡੀ ਤੁਸੀਂ ਯਾਦ ਕੀਤੇ ਹੋਏ ਨੇ। ਕੋਈ ਵੀ ਨੂਮੈਰੀਕਲ ਆਏ ਸਭ ਨਾਲੋਂ ਪਹਿਲਾਂ ਸਾਡਾ ਧਿਆਨ ਇਹਨਾਂ ਪ੍ਰੀਫਿਕਸਿਸ ਤੇ ਹੋਏਗਾ ਕਿ ਇਹਨਾਂ ਦੀ ਜਿਹੜੀ ਹੈ ਉਹ ਮੈਗਨੀਟਿਊਡ ਲਿਖੋ, ਇਹਨਾਂ ਦੀ ਜਿੰਨੀ ਜਿੰਨੀ ਵੈਲਿਊ ਹੈ ਉਹ ਤੁਸੀਂ ਨਾਲ ਲਗਾਣੀ ਹੈ। ਫਿਰ ਤੁਸੀਂ ਜਿਹੜਾ ਹੈ ਨੂਮੈਰੀਕਲ ਨੂੰ ਜਿਹੜਾ ਉਹ ਸੋਲਵ ਕਰਨਾ ਹੈ। ਨਾਓ ਵਨ ਥਿੰਗ ਆਲਵੇਜ਼ ਕੀਪ ਇਨ ਮਾਈਂਡ ਕਿ ਜਦੋਂ ਵੀ ਕਿਸੇ ਵੀ ਫਿਜ਼ੀਕਲ ਕੁਆਂਟੀਟੀ ਦਾ ਯੂਨਿਟ ਅਸੀਂ ਸਿੰਬਲ ਦੇ ਰੂਪ ਚ ਲਿਖਣਾ ਹੈ, ਉਹਦਾ ਸਿੰਬਲ ਲਿਖਣਾ ਹੈ ਤੇ ਹਮੇਸ਼ਾ ਹੀ ਸਮਾਲ ਲੈਟਰ ਵਿੱਚ ਲਿਖਣਾ ਹੈ। ਫੋਰ ਐਗਜ਼ਾਮਪਲ, ਜੇ ਮੈਂ ਗੱਲ ਕਰਦਾ ਹਾਂ ਮੀਟਰ, ਤੇ ਮੀਟਰ ਦਾ ਪਿੱਛੇ ਆਏਗਾ ਸਮਾਲ m। ਸੈਂਟੀਮੀਟਰ, ਇਹ ਦੋਨੋਂ ਹੀ ਲੈਟਰ ਜਿਹੜੇ ਨੇ ਸਮਾਲ ਹੋਣਗੇ। ਜਦੋਂ ਵੀ ਕਿਸੇ ਵੀ ਫਿਜ਼ੀਕਲ ਕੁਆਂਟੀਟੀ ਦਾ ਯੂਨਿਟ ਆਪਾਂ ਜਿਹੜਾ ਹੈ ਸਿੰਬਲ ਦੇ ਰੂਪ ਚ ਦਰਸਾਉਣਾ ਹੈ ਤਾਂ ਉਹਦੇ ਜਿਹੜੇ ਲੈਟਰ ਨੇ ਉਹ ਸਮਾਲ ਹੋਣੇ ਚਾਹੀਦੇ ਆ। ਤੇ ਜੇਕਰ ਯੂਨਿਟ ਕਿਸੇ ਸਾਇੰਟਿਸਟ ਦੇ ਨੇਮ ਤੇ ਚੱਲ ਰਿਹਾ ਦੈਨ ਦਾ ਸਿੰਬਲ ਜਿਹੜਾ ਹੈ ਉਹਦਾ ਜਿਹੜਾ ਲੈਟਰ ਹੋਏਗਾ ਉਹ ਕੈਪੀਟਲ ਹੋਏਗਾ। ਫੋਰ ਐਗਜ਼ਾਮਪਲ, ਜੇ ਅਸੀਂ ਨਿਊਟਨ ਦੀ ਗੱਲ ਕਰਦੇ ਹਾਂ, ਨਿਊਟਨ ਇਜ਼ ਅ ਨੇਮ ਆਫ ਸਾਇੰਟਿਸਟ, ਦੈਨ ਯੂ ਕੈਨ ਰਾਈਟ 1 ਨਿਊਟਨ, ਕੈਪੀਟਲ ਐਨ ਲਿਖੋਗੇ। ਫੋਰ ਐਗਜ਼ਾਮਪਲ 1 ਜਾਊਲ ਇਜ਼ ਅ ਨੇਮ ਹੈ ਉਹ ਵੀ ਸਾਇੰਟਿਸਟ ਦਾ। ਤੇ ਜੇਕਰ ਅਸੀਂ ਚਾਰਜ ਦੇ ਯੂਨਿਟ ਦੀ ਗੱਲ ਕਰੀਏ ਕੂਲਮ, ਇਹ ਵੀ ਸਾਡਾ ਜਿਹੜਾ ਸੀ ਹੋਏਗਾ ਉਹ ਕੈਪੀਟਲ ਹੋਏਗਾ। ਇਹ ਯਾਦ ਰੱਖਣਾ ਹੈ, ਜੇ ਸਾਇੰਟਿਸਟ ਦੇ ਨੇਮ ਦੇ ਉੱਪਰ ਸਿੰਬਲ ਹੈ ਯੂਨਿਟ ਦਾ ਤੇ ਉਹਦਾ ਜਿਹੜਾ ਹੈ ਉਹ ਕੈਪੀਟਲ ਲੈਟਰ ਹੋਏਗਾ, ਤੇ ਅਦਰਵਾਈਜ਼ ਜਿਹੜੇ ਯੂਨਿਟਸ ਨੇ ਉਹ ਹਮੇਸ਼ਾ ਸਮਾਲ ਲੈਟਰ ਚ ਲਿਖਣੇ। ਕਦੀ ਵੀ ਯੂਨਿਟ ਦੇ ਬਾਅਦ ਡਾਟ ਮਤਲਬ ਫੁੱਲ ਸਟਾਪ ਜਿਹੜਾ ਹੈ ਉਹ ਨਹੀਂ ਲਗਾਉਣਾ। ਕਲੀਅਰ? ਤੇ ਜੇਕਰ ਤੁਸੀਂ ਪੂਰਾ ਨਾਮ ਲਿਖਣਾ ਚਾਹੁੰਦੇ ਹੋ, ਫੋਰ ਐਗਜ਼ਾਮਪਲ ਨਿਊਟਨ, ਆਈ ਵਾਂਟ ਟੂ ਰਾਈਟ 1 ਨਿਊਟਨ, ਇਸ ਤਰ੍ਹਾਂ ਅਸੀਂ ਪੂਰਾ ਲਿਖਣਾ ਚਾਹੁੰਦੇ ਹਾਂ ਤੇ ਨਿਊਟਨ ਜਿਹੜਾ ਹੈ ਇਹਦਾ ਲੈਟਰ ਜਿਹੜਾ ਹੈ ਫਸਟ ਲੈਟਰ ਜਿਹੜਾ ਹੈ ਉਹ ਸਮਾਲ ਲਿਖਣਾ ਹੈ, ਅਦਰਵਾਈਜ਼ ਇਟ ਵਿਲ ਬੀ ਦਾ ਨੇਮ ਆਫ ਦਾ ਸਾਇੰਟਿਸਟ। ਉਹ ਸਾਇੰਟਿਸਟ ਦਾ ਨੇਮ ਹੀ ਲੱਗੇਗਾ, ਸਾਨੂੰ ਉਹਦਾ ਜਿਹੜਾ ਹੈ ਫਸਟ ਲੈਟਰ ਜਿਹੜਾ ਹੈ ਉਹ ਸਮਾਲ ਲਿਖਣਾ ਪਏਗਾ। ਹਾਂਜੀ, ਫਿਰ ਸੁਣੋ, ਜੇਕਰ ਸਾਡੇ ਕੋਲ ਸਾਇੰਟਿਸਟ ਦੇ ਨੇਮ ਦੇ ਉੱਪਰ ਯੂਨਿਟ ਹੈ ਉਹਦਾ ਸਿੰਬਲ ਕੈਪੀਟਲ ਲੈਟਰ ਚ, ਤੇ ਜੇ ਉਹਦਾ ਪੂਰਾ ਨਾਮ ਲਿਖਣਾ ਹੈ ਤਾਂ ਉਹਦਾ ਜਿਹੜਾ ਹੈ ਫਸਟ ਲੈਟਰ ਜਿਹੜਾ ਹੈ ਉਹ ਸਮਾਲ ਹੋਣਾ ਚਾਹੀਦਾ ਹੈ। ਨਾਓ ਕਮ ਟੂ ਦਾ ਮੇਨ ਟੌਪਿਕ, ਮਾਸ। मास की चीज है। टुडे वी विल डिस्कस in detail what is mass. Mass is the quantity of matter contained in any body. ਕਿਸੇ ਵੀ ਬੋਡੀ ਵਿੱਚ ਜਿਹੜੀ ਮੈਟਰ ਦੀ ਕੁਆਂਟੀਟੀ ਹੈ ਉਸ ਨੂੰ ਜਿਹੜਾ ਹੈ ਉਸ ਦਾ ਅਸੀਂ ਮਾਸ ਕਹਿੰਦੇ ਹਾਂ। ਫੋਰ ਐਗਜ਼ਾਮਪਲ, ਮੇਰੇ ਕੋਲ ਇੱਕ ਬੋਡੀ ਹੈ, it is made up of glass,
ਇਹ ਕੱਚ ਦੀ ਬਣੀ ਹੈ। ਇਹਦੇ ਵਿੱਚ ਅਸੀਂ ਜਿਹੜਾ ਮੈਟਰ ਯੂਜ਼ ਕੀਤਾ ਇਸ ਬੋਡੀ ਨੂੰ ਬਣਾਉਣ ਵਾਸਤੇ ਉਹ ਗਲਾਸ ਹੈ। ਇਹਦੇ ਵਿੱਚ ਗਲਾਸ ਦੀ ਕਿੰਨੀ ਕੁ ਮਾਤਰਾ ਹੈ, that will be its mass, ਇਹ ਉਹਦਾ ਮਾਸ ਹੋਏਗਾ। ਤਾਂ ਕੁਆਂਟੀਟੀ ਆਫ ਮੈਟਰ ਕੰਟੇਨਡ, ਇਹ ਸਾਰੀ ਬੋਡੀ ਦੇ ਵਿੱਚ ਜਿਹੜੀ ਕੁਆਂਟੀਟੀ ਹੈ ਇਸ ਨੂੰ ਜਿਹੜਾ ਹੈ ਇਸ ਦਾ ਮਾਸ ਕਿਹਾ ਜਾਂਦਾ ਹੈ। ਜੇ ਇਹ ਕੁਆਂਟੀਟੀ ਜ਼ਿਆਦਾ ਹੋਏਗੀ ਤੇ ਇਸ ਦਾ ਮਾਸ ਜਿਹੜਾ ਹੈ ਉਹ ਜ਼ਿਆਦਾ ਹੋਏਗਾ। ਫੋਰ ਐਗਜ਼ਾਮਪਲ ਮੰਨ ਲਓ ਸਾਨੂੰ ਪਤਾ ਹੈ ਕਿ ਜਿਹੜੀ ਮੈਟਰ ਹੈ ਤਿੰਨ ਆਪਣੀਆਂ ਉਹਦੀਆਂ ਸਟੇਟਸ ਹੁੰਦੀਆਂ, ਸੋਲਿਡ, ਲਿਕੁਇਡ ਤੇ ਗੈਸ। ਮੰਨ ਲਓ ਕਿ ਇਹਦੇ ਵਿੱਚ ਮੈਂ ਹੁਣ ਥੋੜਾ ਜਿਹਾ ਪਾਣੀ ਪਾਉਂਦਾ ਹਾਂ, ਇਹਦੇ ਵਿੱਚ ਹੁਣ ਮੈਟਰ ਦੀ ਅਮਾਉਂਟ ਹੁਣ ਜ਼ਿਆਦਾ ਹੋ ਗਈ। ਪਹਿਲਾਂ ਤੇ ਇਕੱਲਾ ਗਲਾਸ ਸੀ, ਹੁਣ ਵਿੱਚ ਹੋਰ ਅਸੀਂ ਵਿੱਚ ਵਾਟਰ ਵੀ ਐਡ ਕਰਤਾ। ਹੁਣ ਜਿਹੜਾ ਇਸ ਦਾ ਜਿਹੜਾ ਮਾਸ, ਇਹਦਾ ਪੁੰਜ, ਕਈ ਵਾਰੀ ਤੁਸੀਂ ਇਹਨੂੰ ਪੰਜਾਬੀ 'ਚ ਭਾਰ ਵੀ ਕਹਿ ਦਿੰਦੇ ਹੋ, ਇਹ ਜਿਹੜਾ ਇਹਦਾ ਪੁੰਜ ਹੈ ਇਹ ਜ਼ਿਆਦਾ ਹੋ ਗਿਆ, ਮੈਟਰ ਦੀ ਅਮਾਉਂਟ ਜ਼ਿਆਦਾ ਹੋ ਗਈ। ਤੇ ਜਿਉਂ-ਜਿਉਂ ਅਸੀਂ ਇਹਦੇ 'ਚ ਮੈਟਰ ਪਾਈ ਜਾਵਾਂਗੇ ਤੁਸੀਂ ਦੇਖੋਗੇ ਜਦੋਂ ਇਹਨੂੰ ਅਸੀਂ ਮਾਪਾਂਗੇ, ਮੈਜ਼ਰ ਕਰਾਂਗੇ ਤੇ ਇਹਦਾ ਜਿਹੜਾ ਮਾਸ ਹੈ ਉਹ ਜ਼ਿਆਦਾ ਹੁੰਦਾ ਜਾਏਗਾ। ਇਟ ਮੀਨਸ what is mass? It is the quantity of matter contained in any body. ਜਿਹੜੀ ਕੁਆਂਟੀਟੀ ਆਫ ਮੈਟਰ ਹੈ ਇਹ ਕੋਈ ਟੈਂਪਰੇਚਰ, ਫਿਜ਼ੀਕਲ ਕੰਡੀਸ਼ਨਸ ਦੇ ਉੱਤੇ ਡਿਪੈਂਡ ਨਹੀਂ ਕਰਦੀ, ਲੋਕੇਸ਼ਨ ਦੇ ਉੱਪਰ ਡਿਪੈਂਡ ਨਹੀਂ ਕਰਦੀ। ਤੇ ਮਾਸ ਨੂੰ ਅਸੀਂ ਕਿਲੋਗ੍ਰਾਮ ਦੇ ਵਿੱਚ ਜਿਹੜਾ ਹੈ ਮਾਪਦੇ ਹਾਂ। SI ਯੂਨਿਟ ਆਫ ਮਾਸ ਇਜ਼ ਕਿਲੋਗ੍ਰਾਮ। ਇਹ ਆਲਰੇਡੀ ਅਸੀਂ ਡਿਸਕਸ ਕੀਤਾ ਹੈ ਕਿ SI ਯੂਨਿਟ ਆਫ ਮਾਸ ਇਜ਼ kg। ਜਿਹੜਾ kg ਹੈ ਇਹ ਬੋਡੀ ਦੀ ਲੋਕੇਸ਼ਨ ਦੇ ਉੱਤੇ, ਟੈਂਪਰੇਚਰ ਦੇ ਉੱਤੇ, ਪ੍ਰੈਸ਼ਰ ਦੇ ਉੱਪਰ ਡਿਪੈਂਡ ਨਹੀਂ ਕਰਦਾ। ਜੇ ਕਿਸੇ ਬੋਡੀ ਦਾ ਮਾਸ 10 kg ਹੈ, ਮੰਨ ਲਓ 10 kg ਹੈ, ਤੇ ਜੇ ਅਸੀਂ ਕਿਤੇ ਮੂਨ ਤੇ ਵੀ ਚਲੇ ਜਾਈਏ ਜਾਂ ਕਿਸੇ ਹੋਰ ਪਲੈਨਟ ਤੇ ਵੀ ਚਲੇ ਜਾਈਏ ਤੇ ਮਾਸ ਜਿਹੜਾ ਹੈ ਓਨਾ ਹੀ ਰਹੇਗਾ, ਕਿਉਂਕਿ ਕੁਆਂਟੀਟੀ ਜਿਹੜੀ ਹੈ ਉਹੀਓ ਲੈ ਕੇ ਜਾ ਰਹੇ ਹਾਂ। ਇੱਕ ਬੋਡੀ ਹੈ ਜੋ ਉਹਦਾ ਮਾਸ 10 kg ਹੈ, ਜੇ ਉਸੇ ਬੋਡੀ ਨੂੰ ਮੂਨ ਤੇ ਜਾ ਕੇ ਰੱਖ ਦੋਗੇ ਉੱਥੇ ਵੀ ਜਿਹੜਾ ਹੈ ਕੁਆਂਟੀਟੀ ਤੇ ਓਨੀ ਰਹੇਗੀ, ਮਾਸ ਜਿਹੜਾ ਹੈ ਕਦੀ ਚੇਂਜ ਨਹੀਂ ਹੁੰਦਾ, ਇਹ ਫਿਕਸ ਰਹਿੰਦਾ ਹੈ। ਇੱਕ ਵਰਡ ਆਏਗਾ ਅੱਗੇ weight, ਉਹਦੇ ਬਾਰੇ ਅਸੀਂ ਡਿਸਕਸ ਬਾਅਦ ਚ ਕਰਾਂਗੇ। ਉਹ ਜਿਹੜਾ ਹੈ ਚੇਂਜ ਹੁੰਦਾ ਜਾਂਦਾ ਹੈ ਕਿਉਂਕਿ ਉਹ ਗ੍ਰੈਵਿਟੀ ਦੇ ਉੱਪਰ ਜਿਹੜਾ ਉਹ ਡਿਪੈਂਡ ਕਰਦਾ ਹੈ। ਨਾਓ SI ਯੂਨਿਟ ਜਿਹੜਾ ਹੈ ਮਾਸ ਦਾ ਅਸੀਂ ਕਿਲੋਗ੍ਰਾਮ ਲੈਂਦੇ ਹਾਂ। ਹੁਣ ਇਹ ਕਿਲੋਗ੍ਰਾਮ ਜਿਹੜਾ ਹੈ ਆਇਆ ਕਿੱਥੋਂ ਕਿ 1 kg ਕੀ ਚੀਜ਼ ਹੈ। ਪਿੱਛੇ ਅਸੀਂ ਇੱਕ ਬੋਡੀ ਦੀ ਗੱਲ ਕੀਤੀ ਸੀ ਜਿਹੜੀ ਜਨਰਲ ਕਾਨਫਰੰਸ ਔਨ weight and measures, ਉਹਦਾ ਕੰਮ ਹੈ ਕਿ 1 kg ਨੂੰ ਡਿਸਾਈਡ ਕਰਨਾ। ਇਹ ਆਲਰੇਡੀ ਅਸੀਂ ਡਿਸਕਸ ਕੀਤਾ। ਵੈਸੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ 1 kg ਕਿਹਨੂੰ ਮੰਨਦੇ ਹਾਂ। 1 kg ਜਿਹੜਾ ਹੈ, ਸਾਡੇ ਕੋਲ ਇੱਕ ਸਿਲੰਡਰ ਹੈ, ਸਾਡੇ ਕੋਲ ਜਿਹੜਾ ਪਲਾਟੀਨਮ ਇਰੀਡੀਅਮ ਅਲੋਏ ਦਾ ਬਣਿਆ। 90% ਵਿੱਚ ਪਲਾਟੀਨਮ ਹੋਏਗੀ ਤੇ 10% ਇਰੀਡੀਅਮ। ਇਹ ਕੁਝ ਮੈਟਲਸ ਨੇ, ਉਹਨਾਂ ਨੂੰ ਮਿਕਸ ਕਰਕੇ ਬਣਾਇਆ ਹੈ ਪਲਾਟੀਨਮ ਤੇ ਇਰੀਡੀਅਮ। ਇੱਕ ਸਿਲੰਡਰ ਤਿਆਰ ਕੀਤਾ ਪਲਾਟੀਨਮ ਇਰੀਡੀਅਮ ਦਾ, ਉਹਦਾ ਜਿਹੜਾ ਹੈ ਡਾਇਆਮੀਟਰ, ਜਿੰਨਾ ਉਹਦਾ ਡਾਇਆਮੀਟਰ ਹੈ ਓਨੀ ਹੀ ਸਿਲੰਡਰ ਦੀ ਜਿਹੜੀ ਹੈ ਉਹ ਹਾਈਟ ਹੈ। ਜਿੰਨਾ ਉਹਦਾ ਡਾਇਆਮੀਟਰ ਹੈ ਓਨੀ ਹੀ ਉਸ ਸਿਲੰਡਰ ਦੀ ਹਾਈਟ ਹੈ। ਇਸ ਸਿਲੰਡਰ ਦਾ ਜਿਹੜਾ ਜਿੰਨਾ ਮਾਸ ਹੈ ਉਹਦੇ ਬਰਾਬਰ ਅਸੀਂ ਜਿਹੜਾ ਹੈ ਇਸ ਨੂੰ 1 kg ਜਿਹੜਾ ਹੈ ਮੰਨਦੇ ਹਾਂ। ਇਹ ਜੇ ਉਹ ਸਿਲੰਡਰ ਜਿਹਨੂੰ ਅੱਜ ਵੀ ਜਿਹੜਾ ਹੈ ਪੈਰਿਸ ਦੇ ਵਿੱਚ ਜਿਹੜਾ ਬੜਾ ਸੰਭਾਲ ਕੇ ਰੱਖਿਆ ਹੈ, ਪਲਾਟੀਨਮ ਤੇ ਇਰੀਡੀਅਮ। ਇਹ ਜਿਹੜਾ ਇੱਕ ਇਸ ਤਰ੍ਹਾਂ ਦਾ ਅਲੋਏ ਹੈ ਕਿ ਜਿਹੜਾ ਬੜਾ ਸਟੇਬਲ ਹੋ ਜਾਂਦਾ ਹੈ, ਬੜਾ ਹਾਰਡ ਹੈ। ਵੈਸੇ ਇਹ ਵੀ ਅੱਜ ਕੱਲ ਜਿਹੜਾ ਖਰਾਬ ਹੋ ਰਿਹਾ। ਇਸ ਤੋਂ ਬਾਅਦ ਅਸੀਂ ਨਵਾਂ ਮੈਥਡ ਦੇ ਰਾਮ ਜਿਹੜਾ ਹੈਗਾ ਆਪਾਂ ਮਾਸ ਕੈਲਕੂਲੇਟ ਕਰਦੇ ਹਾਂ ਪਲੈਂਕਸ ਕਨਸਟੈਂਟ ਦੇ ਥਰੂ। ਚਲੋ ਪਲਾਟੀਨਮ ਇਰੀਡੀਅਮ ਇਹ ਯਾਦ ਰੱਖਣਾ ਹੈ, ਇਹਦੀ ਜਿਹੜੀ ਹਾਈਟ ਤੇ ਡਾਇਆਮੀਟਰ ਸੇਮ ਹੈ, ਦੋਨੋਂ ਕਿਹਦੇ ਇਕੁਅਲ ਹੈ 3.9 ਸੈਂਟੀਮੀਟਰ। ਇਹਦਾ ਡਾਇਆਮੀਟਰ ਵੀ 3.9 ਸੈਂਟੀਮੀਟਰ ਤੇ ਇਹਦੀ ਜਿਹੜੀ ਹਾਈਟ ਹੈ ਇਹ ਵੀ 3.9 ਸੈਂਟੀਮੀਟਰ ਹੈ। ਤੇ ਇਸ ਸਿਲੰਡਰ ਦਾ ਜਿੰਨਾ ਮਾਸ ਹੈ ਉਹਨੂੰ ਅਸੀਂ ਜਿਹੜਾ ਹੈ 1 kg ਜਿਹੜਾ ਉਹ ਅਸੀਂ ਅਸਿਊਮ ਕਰਦੇ ਹਾਂ। Now there are some practical units to measure mass. ਇਹਨਾਂ ਨੂੰ ਬੇਟਾ ਤੁਸੀਂ ਯਾਦ ਕਰ ਲਿਓ। ਇਹ ਮੈਂ ਕੁਝ ਲਿਖੇ ਹੋਏ ਨੇ, ਇਹਨਾਂ ਨੂੰ ਤੁਸੀਂ ਯਾਦ ਰੱਖਣਾ ਹੈ। ਨੰਬਰ 1 ਪਹਿਲਾਂ ਤਾਂ ਅਸੀਂ ਡਿਸਕਸ ਕਰਾਂਗੇ ਲਾਰਜ ਮਾਸਿਸ। ਜਦੋਂ ਮਾਸ ਬਹੁਤ ਜ਼ਿਆਦਾ ਹੁੰਦਾ ਹੈ ਉਹਨਾਂ ਨੂੰ ਮੈਜ਼ਰ ਕਰਨ ਵਾਸਤੇ ਕੁਝ ਜਿਹੜੇ ਨੇ ਪ੍ਰੈਕਟੀਕਲ ਸਾਡੇ ਜਿਹੜੇ ਯੂਨਿਟਸ ਨੇ। ਨੰਬਰ 1 ਮੀਟ੍ਰਿਕ ਟਨ।
पहला है साडे कोल 1 मीट्रिक टन। 1 मीट्रिक टन का मतलब है 1000 kg। ਇਹ ਕਈ ਵਾਰੀ ਸਾਨੂੰ ਨੂਮੈਰੀਕਲ ਦੇ ਵਿੱਚ ਦਿੱਤਾ ਹੋਏਗਾ ਤੇ ਜਿੱਥੇ ਮੀਟ੍ਰਿਕ ਟਨ ਲਿਖਿਆ ਹੋਏਗਾ ਇਹਦਾ ਮਤਲਬ ਹੈ ਕਿ ਮੀਟ੍ਰਿਕ ਟਨ ਨੂੰ ਤੁਸੀਂ ਕਨਵਰਟ ਕਰਨਾ ਹੈ ਕਿਲੋਗ੍ਰਾਮਾਂ ਦੇ ਵਿੱਚ, ਕਿਉਂਕਿ ਅਸੀਂ ਐਸਆਈ ਸਿਸਟਮ ਨੂੰ ਹੀ ਜ਼ਿਆਦਾ ਫਾਲੋ ਕਰਦੇ ਹਾਂ। 1 ਮੀਟ੍ਰਿਕ ਟਨ 1000 kg, ਤੇ ਜੇ 2 ਮੀਟ੍ਰਿਕ ਟਨ ਹੋਏਗਾ ਤੇ ਉਹ ਤੁਹਾਡਾ 2000 kg, 3 ਮੀਟ੍ਰਿਕ ਟਨ ਹੋਏਗਾ ਤੇ 3 ਨਾਲ ਮਲਟੀਪਲਾਈ ਕਰਕੇ ਤੁਸੀਂ ਨਿਕਾਲ ਸਕਦੇ ਹੋ। ਦੂਸਰਾ ਕੁਇੰਟਲ, ਇਹ ਅੱਜ ਕੱਲ ਵੀ ਕਾਫੀ ਬੇਟਾ ਯੂਜ਼ ਕਰਦੇ ਆ ਆਪਾਂ। ਕੁਇੰਟਲ ਬੋਰੀ ਹੁੰਦੀ ਆ ਸਾਡੀ ਕਣਕ ਦੀ 100 ਕਿਲੋ, ਉਹਨੂੰ 1 ਕੁਇੰਟਲ ਬੋਲਦੇ ਆ। 1 ਕੁਇੰਟਲ ਦੇ ਵਿੱਚ 100 ਜਿਹੜਾ ਹੈ ਉਹ ਕੇਜੀ ਹੁੰਦੇ ਹਨ। ਉਸ ਤੋਂ ਬਾਅਦ ਸਾਡੇ ਕੋਲ 1 ਸਲਗ, ਇਹ ਵੀ ਇੱਕ ਮਾਸ ਦਾ ਯੂਨਿਟ ਹੈ। ਇਹ ਜ਼ਿਆਦਾ FPS ਸਿਸਟਮ ਫੁੱਟ ਪਾਉਂਡ ਸੈਕੰਡ ਉਦੋਂ ਚੱਲਦਾ ਸੀ। 1 slug is equal to 14.57 ਕਿਲੋਗ੍ਰਾਮ। 1 slug ਦੇ ਵਿੱਚ 14.57 ਕਿਲੋਗ੍ਰਾਮ ਹੈ। ਤੇ ਜੇ ਮੈਂ ਤੁਹਾਨੂੰ ਕਹਾਂ ਬਈ 4 slug ਤੇ ਇਹਨੂੰ 4 ਨਾਲ ਮਲਟੀਪਲਾਈ ਕਰੋਗੇ ਤੇ ਕਾਫੀ ਡਿਫਿਕਲਟ ਹੋਗਾ, ਕੈਲਕੂਲੇਸ਼ਨ ਥੋੜੀ ਔਖੀ ਹੋ ਜਾਂਦੀ ਹੈ। ਇਸ ਕਰਕੇ ਇਹ ਬਹੁਤਾ ਯੂਨਿਟ ਜ਼ਿਆਦਾ ਅਸੀਂ ਯੂਜ਼ ਚ ਨਹੀਂ ਲੈ ਕੇ ਆਉਂਦੇ। ਇਸ ਤੋਂ ਬਾਅਦ ਅਸੀਂ ਆਲਰੇਡੀ ਡਿਸਕਸ ਕੀਤਾ ਕਿ 1 ਪਾਉਂਡ is equal to 0.4536 kg। ਇਹ ਵੀ ਜਿਹੜਾ ਪਾਉਂਡ ਜਿਹੜਾ ਹੈ ਕਿ ਦੱਸਿਆ ਹੈ ਕਿ ਕੇਕ ਹੋ ਗਿਆ ਜਾਂ ਉੱਨ ਲੈਣ ਜਾਂਦੇ ਆ ਉੱਥੇ ਅਸੀਂ ਪਾਉਂਡ ਵਿੱਚ ਗੱਲ ਕਰਦੇ ਆ। ਤੇ ਸਭ ਨਾਲੋਂ ਵੱਡਾ ਜਿਹੜਾ ਹੈ ਮਾਸ ਦਾ ਯੂਨਿਟ ਜਿਹੜਾ ਪ੍ਰੈਕਟੀਕਲ ਚੱਲਦਾ ਹੈ 1 CSL, ਚੰਦਰ ਸ਼ੇਖਰ ਲਿਮਿਟ। ਇਹ ਸਾਡੇ ਇੱਕ ਸਾਇੰਟਿਸਟ ਹੋਏ ਨੇ ਸੁਬਰਾਮਨਿਅਮ, ਜਿਹੜਾ ਹੈ ਚੰਦਰ ਸ਼ੇਖਰ ਲਿਮਿਟ। ਇਹਦੇ ਨਾਲ ਅਸੀਂ ਜਿਹੜਾ ਹੈ ਮਾਸ ਅਸੀਂ ਮੈਜ਼ਰ ਕਰਦੇ ਹਾਂ। ਇਹਦਾ ਕੀ ਮਤਲਬ ਹੈ, ਜਿੰਨਾ ਮਾਸ ਸਾਡਾ ਸਨ ਦਾ ਹੈ, ਸਨ ਕਿੱਡਾ ਵੱਡਾ ਹੈ, ਕਿੰਨਾ ਜ਼ਿਆਦਾ ਮਾਸ ਹੋਏਗਾ। ਸਾਨੂੰ ਪਤਾ ਹੈ ਕਿ ਸਨ ਜਿਹੜਾ ਹੈ ਇੱਕ ਸਟਾਰ ਹੈ ਤੇ ਸਨ ਨਾਲੋਂ ਵੱਡੇ ਵੱਡੇ ਵੀ ਬਹੁਤ ਸਾਰੇ ਸਟਾਰਸ ਨੇ ਜਿਹੜੇ ਬਹੁਤ ਦੂਰ ਨੇ, ਭਾਵੇਂ ਨਿੱਕੇ ਨਜ਼ਰ ਆਉਂਦੇ ਆ ਲੇਕਿਨ ਡਿਸਟੈਂਸ ਜ਼ਿਆਦਾ ਹੋਣ ਕਰਕੇ ਉਹ ਛੋਟੇ ਨਜ਼ਰ ਆਉਂਦੇ ਨੇ, ਲੇਕਿਨ ਸਨ ਨਾਲੋਂ ਬਹੁਤ ਵੱਡੇ ਨੇ। ਜੇ ਉਹਨਾਂ ਦਾ ਮਾਸ ਜੇ ਮੈਜ਼ਰ ਕਰਨਾ ਹੈ ਤੇ ਫਿਰ ਅਸੀਂ ਸਨ ਦੇ ਅਕੋਰਡਿੰਗ ਉਹਨੂੰ ਅਸੀਂ ਮੈਜ਼ਰ ਕਰਦੇ ਹਾਂ। ਜਿੰਨਾ ਸਨ ਦਾ ਮਾਸ ਹੈ ਉਹਨੂੰ ਅਸੀਂ 1.4 ਦੇ ਨਾਲ ਮਲਟੀਪਲਾਈ ਕਰ ਦਾਂਗੇ, ਦੈਨ ਜੋ ਵੈਲਿਊ ਆਏਗੀ ਸਾਡੇ ਕੋਲ, ਦੈਨ ਇਟ ਇਜ਼ ਕਾਲਡ 1 ਚੰਦਰ ਸ਼ੇਖਰ ਲਿਮਿਟ। ਇਹ ਸਾਡੇ ਕੋਲ ਜਿਹੜਾ ਹੈ ਇੱਕ ਚੰਦਰ ਸ਼ੇਖਰ ਜਿਹੜੀ ਲਿਮਿਟ ਦੇ ਇਕੁਅਲ ਸਾਡੇ ਕੋਲ ਉਹ ਮਾਸ ਆ ਜਾਏਗਾ। ਹਾਂਜੀ, ਕਲੀਅਰ? ਆਈ ਥਿੰਕ ਇਸ ਤੱਕ ਤੁਹਾਨੂੰ ਸਾਰਾ ਕਲੀਅਰ ਹੈ। ਇਹਨਾਂ ਨੂੰ ਤੁਸੀਂ ਹਮੇਸ਼ਾ ਆਪਣੇ ਮਾਈਂਡ 'ਚ ਰੱਖਣਾ ਹੈ। ਇਹ ਪ੍ਰੈਕਟੀਕਲ ਯੂਨਿਟ ਨੇ, ਲਾਰਜ ਸਾਈਜ਼ ਹੈ। ਸਾਡੇ ਕੋਲ ਇੱਕ ਵੈਰੀ ਸਮਾਲ ਜਿਹੜਾ ਯੂਨਿਟ ਵੀ ਹੈ ਮਾਸ ਦਾ, ਸਭ ਨਾਲੋਂ ਛੋਟਾ ਯੂਨਿਟ, ਜਿਸ ਨੂੰ ਅਸੀਂ ਬੋਲਦੇ ਹਾਂ ਐਟੋਮਿਕ ਮਾਸ ਯੂਨਿਟ। ਇਹਨੂੰ ਰੀਡ ਕੀ ਕਰਨਾ ਹੈ, 1 ਐਟੋਮਿਕ ਮਾਸ ਯੂਨਿਟ। ਐਟਮ ਦਾ ਮਾਸ ਨਿਕਾਲਣਾ ਹੈ। ਐਟਮ ਤੇ ਸਾਨੂੰ ਨਜ਼ਰ ਹੀ ਨਹੀਂ ਆਉਂਦਾ। ਐਟਮ ਦਾ ਮਾਸ ਨਿਕਾਲਣ ਵਾਸਤੇ ਇਹ ਵਾਲਾ ਜਿਹੜਾ ਯੂਨਿਟ ਹੈ ਇਸ ਦੀ ਜਿਹੜੀ ਹੈ ਵਰਤੋਂ ਕੀਤੀ ਜਾਂਦੀ ਹੈ। ਨਾਓ ਵਾਟ ਇਜ਼ ਦਿਸ? ਸਾਡੇ ਕੋਲ ਇੱਕ ਐਲੀਮੈਂਟ ਹੈ ਕਾਰਬਨ। ਕਾਰਬਨ ਦਾ ਅਸੀਂ ਇੱਕ ਐਟਮ ਲੈ ਲਿਆ, ਕਾਰਬਨ ਦਾ ਇੱਕ ਐਟਮ ਲੈ ਲਿਆ। ਕਾਰਬਨ ਦੇ ਅੰਦਰ 6 ਪ੍ਰੋਟੋਨ ਹੁੰਦੇ ਆ ਤੇ 6 ਹੀ ਨਿਊਟਰੋਨ ਹੁੰਦੇ ਆ। ਇਹ ਆਲਰੇਡੀ ਤੁਸੀਂ ਡਿਸਕਸ ਕੀਤਾ ਹੈ। ਜਿਹੜਾ ਉੱਪਰ ਮਾਸ ਨੰਬਰ ਹੈ, ਮਾਸ ਨੰਬਰ ਦੇ ਵਿੱਚ ਦਾ ਮਤਲਬ ਹੁੰਦਾ ਹੈ ਕਿ ਪ੍ਰੋਟੋਨ ਤੇ ਨਿਊਟਰੋਨ ਦਾ ਟੋਟਲ ਮਾਸ। ਇਹਦੇ ਵਿੱਚ ਪ੍ਰੋਟੋਨ ਤੇ ਨਿਊਟਰੋਨ ਇਹਨਾਂ ਦੀ ਗਿਣਤੀ ਹੈ 12। ਪ੍ਰੋਟੋਨ ਤੇ ਨਿਊਟਰੋਨ ਟੋਟਲ ਨੇ 12, ਜਿਹਦੇ ਵਿੱਚੋਂ ਜਿਹੜਾ ਐਟੋਮਿਕ ਨੰਬਰ ਜਿਹੜਾ ਨੀਚੇ ਲਿਖਦੇ ਆ ਇਹ ਹੈਗਾ ਨੰਬਰ ਆਫ ਪ੍ਰੋਟੋਨ। ਤੇ ਜੇ ਪ੍ਰੋਟੋਨ ਤੇ ਨਿਊਟਰੋਨ ਟੋਟਲ 12 ਨੇ ਤੇ 6 ਵਿੱਚੋਂ ਪ੍ਰੋਟੋਨ ਨੇ ਤੇ ਸਾਡੇ ਕੋਲ ਨਿਊਟਰੋਨ ਦੀ ਗਿਣਤੀ ਵੀ ਜਿਹੜੀ ਆਏਗੀ ਉਹ 6 ਆਏਗੀ। ਨਾਓ ਮਾਸ ਆਫ ਪ੍ਰੋਟੋਨ ਤੇ ਮਾਸ ਆਫ ਨਿਊਟਰੋਨ ਹਮੇਸ਼ਾ ਹੀ ਇਕੁਅਲ ਹੈ। ਇਹ ਯਾਦ ਰੱਖਣਾ, ਥੋੜਾ ਜਿਹਾ ਫਰਕ ਹੈ, ਇਹ ਯਾਦ ਰੱਖਣਾ ਹੈ। ਦੋਨਾਂ ਦਾ ਜਿਹੜਾ ਮਾਸ ਲਗਭਗ ਜਿਹੜਾ ਹੈ ਸੇਮ ਹੁੰਦਾ ਹੈ। ਤੇ ਕਿਸੇ ਵੀ ਐਟਮ ਦਾ ਮਾਸ ਜਿਹੜਾ ਨਿਕਾਲਦੇ ਆ ਸਿਰਫ ਪ੍ਰੋਟੋਨ ਤੇ ਨਿਊਟਰੋਨ ਕਰਕੇ ਹੀ ਨਿਕਾਲਦੇ ਆ। ਇਲੈਕਟ੍ਰੋਨ ਦਾ ਮਾਸ ਬਹੁਤ ਘੱਟ ਹੈ, ਉਹਨੂੰ ਅਸੀਂ ਨੈਗਲੈਕਟ ਕਰ ਦਿੰਦੇ ਆ। ਨਾਓ ਸਾਡੇ ਕੋਲ ਇੱਕ ਐਟਮ ਹੈ ਕਾਰਬਨ ਦਾ। ਇਹਦੇ ਵਿੱਚ 12 ਪ੍ਰੋਟੋਨ ਤੇ ਨਿਊਟਰੋਨ ਟੋਟਲ ਨੇ।
ਤੇ ਦੋਨਾਂ ਦਾ ਮਾਸ ਇਕੁਅਲ ਹੀ ਹੈ। ਇਹਦਾ ਜਿੰਨਾ ਮਾਸ ਹੋਏਗਾ ਕਾਰਬਨ ਐਟਮ ਦਾ ਉਹਦਾ 1/12 ਕਰ ਲੈਣਾ। ਜਿੰਨਾ ਮਾਸ ਸਾਡੇ ਕੋਲ ਇਸ ਕਾਰਬਨ ਐਟਮ ਦਾ ਆਏਗਾ ਇੱਕ ਦਾ, ਉਹਨੂੰ 12 ਨਾਲ ਡਿਵਾਈਡ ਕਰ ਦਿਓ 1/12। ਕਹਿਣ ਦਾ ਭਾਵ ਸਾਡੇ ਕੋਲ ਇਹਦਾ ਜਿਹੜਾ ਹੈ ਮਾਸ ਆਏਗਾ, ਪਹਿਲਾਂ ਤਾਂ ਦੇਖਾਂਗੇ ਗਿਣਤੀ ਕਿੰਨੀ ਹੈ। ਇਹਦੇ ਵਿੱਚ ਟੋਟਲ ਨੰਬਰ ਆਫ ਪ੍ਰੋਟੋਨ ਤੇ ਨਿਊਟਰੋਨ 12 ਨੇ, ਤੇ ਇਹਨਾਂ ਦੋਨਾਂ ਦਾ ਮਾਸ ਤੁਹਾਨੂੰ ਦੱਸਿਆ ਸੇਮ ਹੁੰਦਾ ਹੈ। ਉਹਦੀ ਵੈਲਿਊ ਹੁੰਦੀ ਹੈ 1.66 10⁻⁻27। ਇੱਥੇ 7 ਵੀ ਲਿਖ ਸਕਦੇ ਹੋ। ਤੇ ਟੋਟਲ ਸਾਡੇ ਕੋਲ ਇਹ ਮਾਸ ਆ ਗਿਆ ਇਸ ਕਾਰਬਨ ਦਾ, ਇਹਦਾ 1/12 ਕਰ ਦੋ। ਜਦੋਂ 12 ਨਾ ਕਰੋਗੇ then we get this value. This is called 1 atomic mass unit. जो एटम दे अंदर एक छोटी तो छोटी इकाई है, फॉर एग्जाम्पल प्रोटॉन या न्यूट्रॉन, उस दा ही लगभग जिहड़ा है मास है 1 atomic mass unit। ਤੇ ਪ੍ਰੋਟੋਨ ਦਾ ਤੇ ਨਿਊਟਰੋਨ ਦਾ ਜਿਹੜਾ ਮਾਸ ਹੈ ਅਸੀਂ AMU ਦੇ ਵਿੱਚ ਅਸੀਂ ਐਕਸਪ੍ਰੈਸ ਕਰਦੇ ਹਾਂ। ਹਾਂਜੀ ਬੇਟਾ ਕਲੀਅਰ। ਨਾਓ 1 AMU is equal to 1/12 of the mass of one carbon atom। ਕਾਰਬਨ ਦਾ ਕਿਹੜਾ ਆਈਸੋਟੋਪ ਲੈਣਾ ਅਸੀਂ? ਕਾਰਬਨ 12। ਕਾਰਬਨ 13 ਵੀ ਹੁੰਦਾ ਹੈ, ਲੇਕਿਨ ਡੈਫੀਨੇਸ਼ਨ ਦੇ ਅਕੋਰਡਿੰਗ ਅਸੀਂ ਜਿਹੜਾ ਹੈ ਕਾਰਬਨ 12 ਦੇ ਅਕੋਰਡਿੰਗ ਚੱਲਾਂਗੇ। ਹਾਂਜੀ, ਇਹਦੇ ਵਿੱਚ ਤੁਸੀਂ ਦੁਬਾਰਾ 2-3 ਚੀਜ਼ਾਂ ਨੋਟ ਕਰ ਲਓ। ਪ੍ਰੋਟੋਨ ਦਾ ਮਾਸ ਤੇ ਨਿਊਟਰੋਨ ਦਾ ਮਾਸ ਲਗਭਗ ਸੇਮ ਹੁੰਦਾ ਹੈ। ਪ੍ਰੋਟੋਨ ਦਾ ਮਾਸ ਤੇ ਨਿਊਟਰੋਨ ਦਾ ਮਾਸ ਨੂੰ ਅਸੀਂ ਐਟੋਮਿਕ ਮਾਸ ਯੂਨਿਟ ਦੇ ਵਿੱਚ ਅਸੀਂ ਉਸ ਨੂੰ ਐਕਸਪ੍ਰੈਸ ਕਰਦੇ ਹਾਂ, ਤੇ 1 ਐਟੋਮਿਕ ਮਾਸ ਯੂਨਿਟ ਦੀ ਜਿਹੜੀ ਵੈਲਿਊ ਹੈ 1.67 10⁻⁻27। ਬਹੁਤ ਹੀ ਘੱਟ ਜਿਹੜਾ ਹੈ ਇਹ ਮਾਸ ਹੈ, ਕਿਲੋਗ੍ਰਾਮ ਹੈ ਅੱਗੇ। ਨਾਓ ਇਟ ਇਜ਼ all about practical units of large masses and very small mass. Now come to new point। ਜਿਹੜਾ ਸਾਡਾ ਮਾਸ ਹੈ ਇਹਦੀਆਂ ਗਾਂ 2 ਟਾਈਪਸ ਹੁੰਦੀਆਂ ਨੇ। ਮਾਸ ਜਿਹੜਾ ਹੈ ਇਹਨੂੰ ਅਸੀਂ ਫਰਦਰ ਡਿਵਾਈਡ ਕੀਤਾ 2 ਟਾਈਪਸ ਆਫ ਮਾਸਿਸ ਹੈ। ਅਸੀਂ ਜਦੋਂ ਯੂਨਿਟ 6 ਪੜਾਂਗੇ ਗ੍ਰੈਵੀਟੇਸ਼ਨ ਵਾਲਾ ਯੂਨਿਟ, ਉਹਦੇ ਵਿੱਚ ਅਸੀਂ ਪ੍ਰੂਵ ਕਰਾਂਗੇ ਕਿ ਇਹ ਦੋਨੋਂ ਮਾਸ ਦੀ ਜਿਹੜੀ ਟਾਈਪਸ ਨੇ ਉਹ ਆਪਸ ਵਿੱਚ ਇਕੁਅਲ ਨੇ। ਇੱਕ ਸਾਡਾ ਮਾਸ ਹੁੰਦਾ ਹੈ ਇਨਰਸ਼ੀਅਲ ਮਾਸ, ਤੇ ਦੂਸਰਾ ਜਿਹੜਾ ਸਾਡਾ ਮਾਸ ਹੈ that is gravitational mass। ਇੱਕ ਮਾਸ inertial and second is the gravitational mass। Now first of all we will discuss what is inertial mass। 9th ਕਲਾਸ ਦੇ ਵਿੱਚ ਅਸੀਂ ਇੱਕ ਟੌਪਿਕ ਪੜ੍ਹਿਆ ਸੀ, ਜੇ ਤੁਹਾਨੂੰ ਯਾਦ ਹੋਵੇ, ਇਨਰਸ਼ੀਆ। ਬਹੁਤ ਹੀ ਇੰਪੋਰਟੈਂਟ ਟੌਪਿਕ ਸੀ ਇੱਕ ਇਨਰਸ਼ੀਆ। ਇਹ ਤੁਸੀਂ ਜਿਹੜਾ ਹੈ 9th ਕਲਾਸ ਦੇ ਵਿੱਚ ਡਿਸਕਸ ਕੀਤਾ ਹੋਇਆ। ਇਨਰਸ਼ੀਆ ਕੀ ਚੀਜ਼ ਹੈ? Inertia is the inability of a body to change its position or motion or direction। ਬॉडी ਦੇ ਅੰਦਰ ਜਿਹੜੀ ਇਨਐਬਿਲਿਟੀ ਹੈ, ਆਪਣੇ ਆਪ ਕੋਈ ਬॉडी ਆਪਣੀ ਜਿਹੜੀ ਹੈ ਮੋਸ਼ਨ ਵਾਲੀ ਸਥਿਤੀ ਚੇਂਜ ਨਹੀਂ ਕਰ ਸਕਦੀ। ਜੇ ਕੋਈ ਬॉडी ਰੈਸਟ ਵਿੱਚ ਹੈ ਤੇ ਹਮੇਸ਼ਾ ਰੈਸਟ ਵਿੱਚ ਹੀ ਰਹੇਗੀ, ਕਦੀ ਵੀ ਆਪਣੇ ਆਪ ਮੋਸ਼ਨ 'ਚ ਨਹੀਂ ਆ ਸਕਦੀ, ਕਿਉਂਕਿ ਉਹਦੀ ਇਨਐਬਿਲਿਟੀ ਨੂੰ ਅਸੀਂ ਇਨਰਸ਼ੀਆ ਕਹਿੰਦੇ ਹਾਂ। ਰਿਲਕਟੈਂਸ ਵੀ ਇਹਨੂੰ ਕਹਿੰਦੇ ਹਾਂ। ਇਨਐਬਿਲਿਟੀ ਆਫ ਐਵਰੀ ਬॉडी to change its position of rest or motion। Now the first mass ਜਿਹੜਾ ਅਸੀਂ ਡਿਸਕਸ ਕਰ ਰਹੇ ਹਾਂ ਉਸ ਦਾ ਜਿਹੜਾ ਨੇਮ ਹੈ ਸਾਡੇ ਕੋਲ inertial mass। The mass of a body which measures inertia of translation, the mass of a body which determines its
ਜਿਹੜਾ ਇਨਰਸ਼ੀਆ ਨੂੰ ਮਾਪਦਾ ਹੈ of translation motion is called inertial mass। ਜਿਹੜਾ inertia ਹੈ ਉਹ mass ਕਰਕੇ ਹੀ ਪੈਦਾ ਹੁੰਦਾ ਹੈ। and mass of a body which measures the inertia of translation motion is called inertial mass। आओ इस नूं थोड़ा जिहा डिस्कस करिए। ध्यान नाल देखो, न्यूटन सैकंड लॉ के अकॉर्डिंग साडे कोल एक फार्मूला पढ़िया सी कि F इज इक्वल टू ma। द फोर्स एक्टिंग ऑन ए बॉडी ऑफ मास m, देन एक्सेलरेशन इज प्रोड्यूस्ड। एक्सेलरेशन पैदा होती है। अरे एक्सेलरेशन है कि इट इज जस्ट ए change in velocity, a velocity change divided by time taken। change in velocity, साडी velocity विच फर्क पैना, साडी स्पीड दे विच फर्क पै जाना। जे असीं स्ट्रेट लाइन की गल करिए, साडी velocity विच जिहड़ी चेंज आंदी है that is called acceleration। साडा जिहड़ा एक्टिवा या स्कूटर है जिथों असीं रेस दिंदे आ ਉਹਨੂੰ ਅਸੀਂ ਕੀ ਬੋਲਦੇ ਆ, ਐਕਸਲਰੇਟਰ। ਉਹ ਐਕਸਲਰੇਟਰ ਦਾ ਮਤਲਬ ਹੈ ਉਹਦਾ ਕੰਮ ਹੈ ਕਿ ਸਪੀਡ ਵਧਾਣੀ ਤੇ ਘਟਾਣੀ ਜਿਹੜੀ ਹੈ ਨਾ ਉਹਦੇ ਨਾਲ ਅਸੀਂ ਕਰਦੇ ਆ। ਦੈਟ ਇਜ਼ ਕਾਲਡ ਐਕਸਲਰੇਟਰ। ਤੇ ਐਕਸਲਰੇਟਰ ਦਾ ਮਤਲਬ ਚੇਂਜ ਇਨ ਵੈਲੋਸਿਟੀ, ਸਾਡੀ ਵੈਲੋਸਿਟੀ ਦਾ ਵਧਣਾ ਜਾਂ ਘਟਣਾ, ਚੇਂਜ ਆ ਜਾਣੀ, ਦੈਟ ਇਜ਼ ਐਕਸਲਰੇਸ਼ਨ। ਤੇ ਜੇ ਵੈਲੋਸਿਟੀ 'ਚ ਚੇਂਜ ਨਹੀਂ ਆ ਰਹੀ, ਇੱਕ ਸਾਰ ਹੀ ਆਪਾਂ ਜਾਈ ਜਾ ਰਹੇ ਆ, ਤੇ ਸਾਡੀ ਐਕਸਲਰੇਸ਼ਨ ਜਿਹੜੀ ਹੋਏਗੀ ਉਹ ਜ਼ੀਰੋ ਹੋਏਗੀ। ਨਾਓ according to Newton's second law, F is equal to ma। force is equal to mass into acceleration। now ਵਿੱਚੋਂ ਅਸੀਂ m ਨਿਕਾਲਦੇ ਹਾਂ। ਸਾਡੀ ਜਿਹੜੀ ਹੈ m ਦੀ ਜਿਹੜੀ ਵੈਲਿਊ ਆਏਗੀ ਉਹ ਆ ਜਾਏਗੀ F divided by a। F divided by a। mass ਜਿਹੜਾ ਹੈ it is inversely proportional to acceleration। ਇਹ ਦੋਨੋਂ ਆਪਸ ਵਿੱਚ ਇਨਵਰਸਲੀ ਆਏ if F is constant। ਬਾਹਰੋਂ ਅਸੀਂ ਜਿੰਨੀ ਫੋਰਸ ਲਗਾਣੀ ਹੈ ਲਗਾ ਲਓ, ਉਹ ਫਿਕਸ ਰੱਖਣੀ ਹੈ। ਮੰਨ ਲਓ ਮੈਂ ਵੱਧ ਤੋਂ ਵੱਧ 10 ਨਿਊਟਨ ਫੋਰਸ ਲਗਾ ਸਕਦਾ, ਇਹਦਾ ਮਤਲਬ ਮੇਰਾ 10 ਨਿਊਟਨ ਫੋਰਸ ਹੈ, ਇਹ ਤੇ ਫਿਕਸ ਹੋ ਗਈ, ਇਹ ਤੇ ਚੇਂਜ ਨਹੀਂ ਹੋ ਸਕਦੀ, ਜਿੰਨੀ ਲਗਾ ਸਕਦਾ ਮੈਂ ਲਗਾਤੀ। ਇਹਦਾ ਮਤਲਬ ਮਾਸ ਤੇ ਐਕਸਲਰੇਸ਼ਨ ਜਿਹੜੇ ਨੇ ਇਹ ਆਪਸ ਵਿੱਚ ਜਿਹੜੇ ਹੋ ਗਏ ਸਾਡੇ ਕੋਲ ਇਨਵਰਸਲੀ ਹੋ ਗਏ। ਤੇ ਅਸੀਂ ਪ੍ਰਪੋਰਸ਼ਨਲ ਕਿਉਂ ਲਗਾਇਆ? ਕਿਉਂਕਿ F ਨੂੰ ਅਸੀਂ ਕਾਂਸਟੈਂਟ ਕਰ ਲਿਆ। ਨਾਓ ਆਓ ਇਸ ਨੂੰ ਅਸੀਂ ਡਿਸਕਸ ਕਰਦੇ ਹਾਂ। ਗ੍ਰੇਟਰ ਦਾ ਮਾਸ, ਇਹ ਇਨਰਸ਼ੀਆ ਵਰਡ ਕਿਉਂ ਆਇਆ ਇਹਦੇ ਬਾਰੇ ਮੈਂ ਹੁਣ ਡਿਸਕਸ ਕਰਨ ਜਾ ਰਿਹਾ। ਧਿਆਨ ਨਾਲ ਸੁਣਿਓ। ਗ੍ਰੇਟਰ ਦਾ ਮਾਸ, ਜੇ ਮਾਸ ਜ਼ਿਆਦਾ ਹੈ, ਲੈਸਰ ਵਿਲ ਬੀ ਦਾ ਐਕਸਲਰੇਸ਼ਨ ਪ੍ਰੋਡਿਊਸਡ। ਉਹਦੇ ਵਿੱਚ ਜਿਹੜੀ ਐਕਸਲਰੇਸ਼ਨ ਆਏਗੀ ਉਹ ਘੱਟ ਪੈਦਾ ਹੋਏਗੀ, ਉਹਦੀ ਵੈਲੋਸਿਟੀ ਵਿੱਚ ਚੇਂਜ ਘੱਟ ਆਏਗੀ। ਜਿੰਨਾ ਮਾਸ ਜ਼ਿਆਦਾ ਓਨੀ ਐਕਸਲਰੇਸ਼ਨ ਘੱਟ। ਐਕਸਲਰੇਸ਼ਨ ਘੱਟ ਦਾ ਮਤਲਬ ਹੈ ਕਿ ਉਹਦੀ ਵੈਲੋਸਿਟੀ ਦੇ ਵਿੱਚ ਘੱਟ ਚੇਂਜ ਆ ਰਹੀ ਹੈ। ਜੇ ਵੈਲੋਸਿਟੀ 'ਚ ਚੇਂਜ ਨਹੀਂ ਆ ਰਹੀ, ਇਹਦਾ ਮਤਲਬ ਹੈ ਕਿ ਉਸ ਬਾਡੀ ਦੇ ਵਿੱਚ ਇਨਐਬਿਲਿਟੀ ਟੂ ਚੇਂਜ ਇਟਸ ਮੋਸ਼ਨ ਉਹ ਜ਼ਿਆਦਾ ਹੈ। ਮਾਸ ਜ਼ਿਆਦਾ, ਇੱਥੋਂ ਯਾਦ ਰੱਖਣਾ ਮੈਂ ਜ਼ਿਆਦਾ ਦੀ ਗੱਲ ਕਰ ਰਿਹਾ। ਮਾਸ ਜ਼ਿਆਦਾ, ਐਕਸਲਰੇਸ਼ਨ ਘੱਟ। ਐਕਸਲਰੇਸ਼ਨ ਘੱਟ ਦਾ ਮਤਲਬ ਚੇਂਜ ਇਨ ਵੈਲੋਸਿਟੀ ਘੱਟ ਹੋ ਰਹੀ ਹੈ। ਇਹਦਾ ਮਤਲਬ ਬਾਡੀ ਜਿਹੜੀ ਹੈ ਆਪਣੀ ਮੋਸ਼ਨ ਚੇਂਜ ਨਹੀਂ ਕਰਨਾ ਚਾਹੁੰਦੀ। ਜੇ ਬਾਡੀ ਆਪਣੀ ਮੋਸ਼ਨ ਵਿੱਚ ਚੇਂਜ ਨਹੀਂ ਲਿਆਉਣਾ ਚਾਹੁੰਦੀ, ਇਹਦਾ ਮਤਲਬ ਬਾਡੀ ਦੇ ਵਿੱਚ ਇਨਐਬਿਲਿਟੀ ਹੈ। ਐਂਡ ਇਨਐਬਿਲਿਟੀ ਨੂੰ ਅਸੀਂ ਇਨਰਸ਼ੀਆ ਕਹਿੰਦੇ ਹਾਂ। ਹੈਂਸ ਜਿਹੜਾ ਮਾਸ ਹੈ ਸਾਡਾ ਇਨਰਸ਼ੀਆ ਨੂੰ ਮੈਜ਼ਰ ਕਰਦਾ ਹੈ। ਹਾਂਜੀ ਬੇਟਾ, ਕਲੀਅਰ? ਗ੍ਰੇਟਰ ਦਾ ਮਾਸ, ਸਮਾਲਰ ਦਾ ਐਕਸਲਰੇਸ਼ਨ, then smaller is a change in velocity। ਜੇ velocity change ਨਹੀਂ ਆ ਰਹੀ, ਇਹਦਾ ਮਤਲਬ more is the inability। inability ਜ਼ਿਆਦਾ ਹੈ। inability ਜ਼ਿਆਦਾ ਦਾ ਮਤਲਬ ਸਾਡਾ inertia ਜ਼ਿਆਦਾ ਹੈ। ਇਹਦਾ ਮਤਲਬ ਜੇ mass ਜ਼ਿਆਦਾ ਤੇ ਸਾਡਾ ਜਿਹੜਾ ਹੈ inertia ਵੀ ਜ਼ਿਆਦਾ ਹੋ ਗਿਆ। ਇਸ ਕਰਕੇ ਜਿਹੜਾ ਇਸ ਨੂੰ ਅਸੀਂ inertial mass ਕਹਿੰਦੇ ਹਾਂ। ਇੱਕ ਸਾਈਕਲ ਤੁਹਾਡੇ ਵੱਲ ਆ ਰਿਹਾ, ਉਹਨੂੰ ਤਾਂ ਤੁਸੀਂ ਬੜੀ ਛੇਤੀ ਰੋਕ ਲੋਗੇ, ਥੋੜਾ ਜਿਹਾ ਫੋਰਸ ਲਗਾਈ ਤੇ ਰੁਕ ਗਿਆ।
ਜੇ ਸਾਡੇ ਵੱਲ ਟਰੱਕ ਜਾਂ ਬੱਸ ਆ ਰਹੀ ਹੈ ਕੀ ਇਸ ਨੂੰ ਰੋਕ ਸਕਦੇ ਹਾਂ? ਦੋਨਾਂ ਦੀ ਸਪੀਡ ਮੰਨ ਲਓ ਸੇਮ ਹੈ, ਜਿੰਨੀ ਸਪੀਡ ਸਾਈਕਲ ਦੀ ਹੈ ਓਨੀ ਸਪੀਡ ਸਾਡੀ ਜਿਹੜੀ ਹੈ ਟਰੱਕ ਦੀ ਹੈ। ਦੋਨਾਂ ਦੇ ਵਿੱਚ ਜਿਹੜਾ ਹੈ ਪ੍ਰੋਬਲਮ ਕੀ ਹੈ, ਟਰੱਕ ਦਾ ਮਾਸ ਜ਼ਿਆਦਾ ਹੈ, ਉਹ 'ਚ ਇਨਰਸ਼ੀਆ ਜ਼ਿਆਦਾ ਹੈ, ਉਹਦੇ ਵਿੱਚ ਮੋਮੈਂਟਮ ਦੀ ਮਾਤਰਾ ਜ਼ਿਆਦਾ ਹੋਗੀ, ਉਹ ਆਪਣੀ ਜਿਹੜੀ ਹੈ ਇੱਕਦਮ ਜਿਹੜੀ ਹੈ ਰੈਸਟ ਵਿੱਚ ਨਹੀਂ ਆ ਸਕਦਾ ਜਿੰਨੀ ਮਰਜ਼ੀ ਬ੍ਰੇਕ ਲਗਾਈਏ। ਨਾਓ ਮਾਸ, ਦਿਸ ਮਾਸ ਇਜ਼ ਕਾਲਡ ਇਨਰਸ਼ੀਅਲ ਮਾਸ। ਇਸ ਮਾਸ ਨੂੰ ਮੈਜ਼ਰ ਕਰਨ ਵਾਸਤੇ ਸਾਨੂੰ ਇੱਕ ਡਿਵਾਈਸ ਚਾਹੀਦਾ ਹੈ ਤੇ ਉਸ ਡਿਵਾਈਸ ਦਾ ਜਿਹੜਾ ਨੇਮ ਹੈ ਉਸ ਨੂੰ ਅਸੀਂ ਇਨਰਸ਼ੀਅਲ ਬੈਲੈਂਸ ਕਹਿੰਦੇ ਹਾਂ। ਦਿਸ ਇਜ਼ ਕਾਲਡ ਇਨਰਸ਼ੀਅਲ ਬੈਲੈਂਸ। ਉਹ ਕੀ ਚੀਜ਼ ਹੈ ਮੇਰੇ ਕੋਲ ਇੱਥੇ ਅਵੇਲੇਬਲ ਤਾਂ ਨਹੀਂ ਹੈ, ਮੈਂ ਤੁਹਾਨੂੰ ਉਹਦੀ ਡਾਇਗਰਾਮ ਦਿਖਾਉਣਾ ਚਾਹੁੰਦਾ ਹਾਂ। ਦਿਸ ਇਜ਼ ਅ ਇਨਰਸ਼ੀਅਲ ਬੈਲੈਂਸ। ਬੇਟਾ ਇਹ ਕਾਹਦਾ ਬਣਿਆ ਹੈ? ਦੋ ਸਟ੍ਰਿਪਸ ਨੇ, ਤੁਸੀਂ ਦੇਖ ਰਹੇ ਹੋ ਦੋ ਸਟ੍ਰਿਪਸ ਹੁੰਦੀਆਂ ਨੇ। ਇਹਦਾ ਸਟ੍ਰਿਪ ਦਾ ਇੱਕ ਐਂਡ ਤੇ ਕਿਸੇ ਰਿਜਿਡ ਸਪੋਰਟ ਟੇਬਲ ਦੇ ਨਾਲ ਅਸੀਂ ਕਲੈਂਪ ਕਰਤਾ, ਜੋੜਤਾ, ਪੱਕਾ ਅਸੀਂ ਕੱਸ ਦਿੱਤਾ ਤੇ ਦੂਸਰੇ ਐਂਡ ਦੇ ਉੱਤੇ ਇੱਕ ਪੈਨ ਹੈ ਜਿਹਦੇ 'ਚ ਅਸੀਂ ਕੋਈ ਬਾਡੀ ਰੱਖਾਂਗੇ ਜਿਹਦਾ weight ਅਸੀਂ ਮੈਜ਼ਰ ਕਰਨਾ ਹੈ ਤੇ ਇਹਨੂੰ ਬਿਲਕੁਲ ਅਸੀਂ ਇਸ ਤਰ੍ਹਾਂ ਰੱਖਿਆ ਹੋਇਆ, ਹੌਰੀਜ਼ੌਂਟਲ ਡਾਇਰੈਕਸ਼ਨ 'ਚ ਰੱਖਿਆ ਲਾਈਕ ਦਿਸ। ਬਿਲਕੁਲ ਦੋ ਸਟ੍ਰਿਪਸ ਨੇ, ਇੱਕ ਨੂੰ ਇੱਥੇ ਬੰਦ ਦਿੱਤਾ ਤੇ ਦੂਸਰਾ ਜਿਹੜਾ ਹੈ ਇੱਥੇ ਅਸੀਂ ਉਹਦਾ ਜਿਹੜਾ ਬਾਡੀ ਦਾ ਮਾਸ ਰੱਖਾਂਗੇ ਜਿਹਦਾ ਆਪਾਂ ਮਾਪਣਾ ਹੈ ਬਿਲਕੁਲ ਹੌਰੀਜ਼ੌਂਟਲ ਡਾਇਰੈਕਸ਼ਨ 'ਚ। ਤੇ ਇਸ ਅਰੇਂਜਮੈਂਟ ਨੂੰ ਜਿਹੜਾ ਅਸੀਂ ਹੌਰੀਜ਼ੌਂਟਲੀ ਵਾਈਬ੍ਰੇਟ ਕਰਦੇ ਹਾਂ ਲਾਈਕ ਦਿਸ, ਇਸ ਤਰ੍ਹਾਂ ਵਾਈਬ੍ਰੇਟ ਕਰਵਾਉਣਾ ਹੈ, ਇਸ ਤਰ੍ਹਾਂ ਨਹੀਂ ਕਰਵਾਉਣਾ। ਜੇ ਇਸ ਤਰ੍ਹਾਂ ਕਰਾਓਗੇ ਤੇ ਗ੍ਰੈਵਿਟੀ ਦਾ ਅਸਰ ਪਏਗਾ। ਅਸੀਂ ਇਨਰਸ਼ੀਅਲ ਮਾਸ ਬਾਰੇ ਡਿਸਕਸ ਕਰ ਰਹੇ ਹਾਂ ਤੇ ਇਹਦੇ ਉੱਤੇ ਗ੍ਰੈਵਿਟੀ ਦਾ ਕੋਈ ਰੋਲ ਨਹੀਂ। ਇਹਦੇ ਵਿੱਚ ਵਾਈਬ੍ਰੇਸ਼ਨ ਅਸੀਂ ਪੈਦਾ ਕਰਨੀ ਹੈ ਹੌਰੀਜ਼ੌਂਟਲੀ ਵਾਈਬ੍ਰੇਸ਼ਨ। ਉਸ ਹੌਰੀਜ਼ੌਂਟਲ ਵਾਈਬ੍ਰੇਸ਼ਨ ਤੋਂ ਉਹਦੇ ਟਾਈਮ ਪੀਰੀਅਡ ਤੋਂ ਜਿਹੜਾ ਹੈ ਅਸੀਂ ਇਨਰਸ਼ੀਅਲ ਮਾਸ ਦੀ ਜਿਹੜੀ ਹੈ ਕੈਲਕੂਲੇਸ਼ਨ ਜਿਹੜਾ ਉਹ ਆਪਾਂ ਕਰ ਸਕਦੇ ਹਾਂ। ਹਾਂਜੀ ਬੇਟਾ ਕਲੀਅਰ? ਦਿਸ ਇਜ਼ ਕਾਲਡ ਇਨਰਸ਼ੀਅਲ ਬੈਲੈਂਸ ਟੂ ਮੈਜ਼ਰ ਇਨਰਸ਼ੀਅਲ ਮਾਸ। ਨਾਓ ਸਾਡੇ ਕੋਲ ਇੱਕ ਮਾਸ ਹੋਰ ਹੈ ਜਿਸ ਨੂੰ ਅਸੀਂ ਕਹਿੰਦੇ ਹਾਂ ਗ੍ਰੈਵਿਟੇਸ਼ਨਲ ਮਾਸ। ਗ੍ਰੈਵਿਟੇਸ਼ਨਲ ਮਾਸ ਜਿਹੜਾ ਅਰਥ ਦੀ ਪੁੱਲ ਕਰਕੇ ਪੈਦਾ ਹੁੰਦਾ ਹੈ। ਸੈਕੰਡ ਵਨ ਇਜ਼ ਗ੍ਰੈਵਿਟੇਸ਼ਨਲ ਮਾਸ। ਇਹ ਜਿਹੜਾ ਮਾਸ ਹੈ ਅਰਥ ਦੀ ਪੁੱਲ ਕਰਕੇ ਜਿਹੜਾ ਹੈ ਪੈਦਾ ਹੁੰਦਾ ਹੈ। ਜਦੋਂ ਵੀ ਕਿਸੇ ਚੀਜ਼ ਨੂੰ ਅਸੀਂ ਛੱਡਦੇ ਹਾਂ ਇਹਨੂੰ ਅਰਥ ਆਪਣੇ ਵੱਲ ਖਿੱਚਦੀ ਹੈ। ਉਸ ਟਾਈਮ ਤੇ ਜਿਹੜਾ ਬਾਡੀ ਦਾ ਮਾਸ ਹੋਏਗਾ ਉਹਨੂੰ ਅਸੀਂ ਬੋਲਦੇ ਹਾਂ ਗ੍ਰੈਵਿਟੇਸ਼ਨਲ ਮਾਸ। ਇਟ ਇਜ਼ ਡਿਊ ਟੂ ਦਾ ਗ੍ਰੈਵਿਟੇਸ਼ਨਲ ਫੋਰਸ ਆਫ ਦਾ ਅਰਥ। ਨਾਓ it is measured with the help of spring balance। ਇਹ ਸਾਡੇ ਕੋਲ ਸਪਰਿੰਗ ਬੈਲੈਂਸ ਹੈ, ਇਹਦੇ ਰਾਹੀਂ ਅਸੀਂ ਜਿਹੜਾ ਹੈ ਗ੍ਰੈਵਿਟੇਸ਼ਨਲ ਮਾਸ ਨੂੰ ਮੈਜ਼ਰ ਕਰ ਸਕਦੇ ਹਾਂ। ਇਹਦੇ ਉੱਪਰ ਤੁਸੀਂ ਦੇਖ ਰਹੇ ਹੋ ਮਾਰਕਿੰਗ ਕੀਤੀ ਹੋਈ ਹੈ ਤੇ ਇਹਦੇ ਅੰਦਰ ਜਿਹੜਾ ਹੈ ਇੱਕ ਸਪਰਿੰਗ ਹੈ। ਜਦੋਂ ਮੈਂ ਇੱਥੋਂ ਕੋਈ ਬਾਡੀ ਨੂੰ ਲਟਕਾਵਾਂਗਾ ਤੇ ਅਰਥ ਜਿਹੜੀ ਹੈ ਉਹਨੂੰ ਨੀਚੇ ਖਿੱਚੇਗੀ ਗ੍ਰੈਵਿਟੇਸ਼ਨ ਪੁੱਲ ਕਰਕੇ ਲਾਈਕ ਦਿਸ। ਤੇ ਜਿੱਥੇ ਇਹ ਪੁਆਇੰਟਰ ਆ ਕੇ ਖੜਾ ਹੋ ਜਾਏਗਾ ਤੇ ਸਾਨੂੰ ਉਥੋਂ ਉਸ ਦਾ ਗ੍ਰੈਵਿਟੇਸ਼ਨਲ ਮਾਸ ਜਿਹੜਾ ਹੈ ਉਹ ਪਤਾ ਲੱਗ ਜਾਂਦਾ ਹੈ। ਨਾਓ ਇਹ ਜਿਹੜੀ ਕੈਲੀਬ੍ਰੇਸ਼ਨ ਕੀਤੀ ਹੈ, ਕੈਲੀਬ੍ਰੇਸ਼ਨ ਦਾ ਮਤਲਬ ਜਿਹੜੀ ਆਲਰੇਡੀ ਮਾਰਕਿੰਗ ਕੀਤੀ ਗਈ ਹੈ ਇਹਦੇ ਉੱਤੇ, ਇਹ ਧਿਆਨ ਰੱਖਣਾ ਹੈ ਕੁਝ ਸਟੈਂਡਰਡ ਮਾਸ ਜਿਹੜੇ ਯੂਜ਼ ਕਰਕੇ ਕੀਤੀ ਗਈ ਹੈ। ਮੰਨ ਲਓ ਮੈਂ ਇੱਥੇ 10 ਗ੍ਰਾਮ ਮੈਂ ਇੱਥੇ weight ਜਿਹੜਾ ਹੈ ਮਾਸ ਜਿਹੜਾ ਹੈ ਲਟਕਾ ਦੇਣਾ, 10 ਗ੍ਰਾਮ ਵਾਲੀ ਬਾਡੀ ਹੈ ਲਟਕਾਤੀ ਤੇ ਜਿੱਥੇ ਜਾ ਕੇ ਇਹ ਖੜਾ ਹੋਏਗਾ, ਇਹ ਪੁਆਇੰਟਰ ਜਿੱਥੇ ਖੜਾ ਹੋਏਗਾ ਉਹਦੇ ਬਿਲਕੁਲ ਸਾਹਮਣੇ ਅਸੀਂ ਨਿਸ਼ਾਨ ਲਗਾ ਕੇ ਲਿਖ ਦਾਂਗੇ ਵੀ ਇੱਥੇ 10 ਗ੍ਰਾਮ, ਫਿਰ 20 ਗ੍ਰਾਮ, ਇਸ ਤਰ੍ਹਾਂ 30 40 ਤੇ ਲਾਸਟ ਜਿਹੜਾ ਹੈ ਇਹਦੇ ਵਿੱਚ 750 ਗ੍ਰਾਮ ਤੱਕ ਜਿਹੜਾ ਅਸੀਂ ਇਹਦੇ ਵਿੱਚ 250 ਤੱਕ ਇਹਦੇ ਵਿੱਚ ਅਸੀਂ ਮੈਜ਼ਰ ਕਰ ਸਕਦੇ ਹਾਂ। ਨਾਓ ਇਹ ਜਿਹੜੀ ਕੈਲੀਬ੍ਰੇਸ਼ਨ ਕੀਤੀ ਹੈ with the help of some standard masses ਤੇ ਜਿਸ ਜਗ੍ਹਾ ਦੇ ਉੱਤੇ ਇਹ ਕੈਲੀਬ੍ਰੇਸ਼ਨ ਕੀਤੀ ਗਈ ਹੈ ਜੇ ਉਸੇ ਜਗ੍ਹਾ ਦੇ ਉੱਤੇ ਕਿਸੇ ਬਾਡੀ ਦਾ ਮਾਸ ਮੈਜ਼ਰ ਕਰੋਗੇ ਤਾਂ ਠੀਕ ਆਏਗਾ, ਕਿਉਂਕਿ ਅਰਥ ਦੀ ਜਿਹੜੀ ਗ੍ਰੈਵਿਟੇਸ਼ਨ ਪੁੱਲ ਜਿਹੜੀ ਹੈ ਹਰ ਜਗ੍ਹਾ ਦੇ ਉੱਤੇ ਸੇਮ ਨਹੀਂ ਹੁੰਦੀ। ਪੋਲ ਤੇ ਗ੍ਰੈਵਿਟੀ ਜ਼ਿਆਦਾ ਹੈ, ਇਕੁਏਟਰ ਤੇ ਘੱਟ ਹੈ, ਹਰ ਜਗ੍ਹਾ ਤੇ ਗ੍ਰੈਵਿਟੀ ਜਿਹੜੀ ਹੈ ਉਹ ਵੇਰੀ ਕਰਦੀ ਹੈ। ਇਹਦਾ ਮਤਲਬ ਕਿ ਇਹਦੇ ਨਾਲ ਇਹਨੂੰ ਅਸੀਂ ਮੰਨ ਲਓ ਕਿ ਅੰਮ੍ਰਿਤਸਰ ਵਿੱਚ ਇਸ ਇਨਸਟਰੂਮੈਂਟ ਨੂੰ ਤਿਆਰ ਕੀਤਾ, ਇਹਦੀ ਕੈਲੀਬ੍ਰੇਸ਼ਨ ਕੀਤੀ ਹੈ ਤੇ ਮੈਜ਼ਰ ਅਸੀਂ ਕਿਸੇ ਹੋਰ
जगह ते जा रहे जिथे ग्रैविटी च फर्क है उथे रीडिंग च फर्क आएगा, क्योंकि उथे ग्रैविटी का फर्क है, क्योंकि पुल जिहड़ी उथे चेंज हो जाएगी। हाँ जी बेटा क्लीयर। जिथे इहदी कैलीब्रेशन कीती है उसे जगह के उत्ते जे तुसी मासिस जिहड़े उन्हां दे मास लभणे आ उत्थे इहदा जिहड़ा रिजल्ट होएगा वो बेटर आएगा। हाँ जी बेटा क्लीयर। दिस इज कॉल्ड स्प्रिंग बैलेंस टू मेजर द ग्रेविटेशनल मास। ग्रेविटेशनल मास नू जिहड़ा मेजर करना है असी न्यूटन लॉ ऑफ ग्रेविटेशन पढ़िया सी ते ओदे अकॉर्डिंग जिहड़ा है इस मास नू मेजर कर सकते हैं। ए मास ऑफ अर्थ, इट इज ग्रेविटेशनल कांस्टेंट एंड इट इज अ डिस्टेंस बिटवीन द सेंटर टू सेंटर ऑफ टू बॉडीज। इथों तुसी जिहड़ा है ग्रेविटेशनल मास दी जिहड़ी है वैल्यू निकाल सकते हो। इस तो इलावा साडे कोल जिहड़ा है एक फिजिकल बैलेंस भी आंदा है, जिन्हों असी तकड़ी भी बोल सकते हैं। ਉਹਦੇ ਨਾਲ भी असी ਜਿਹੜਾ है ग्रेविटेशनल मास ਜਿਹੜਾ है वो कैलकुलेट करते हैं। ਜਿਹੜਾ फिजिकल बैलेंस है ਉਹਦੀ मैं ਤੁਹਾਨੂੰ डायग्राम दिखाना हाँ। दिस इज द डायग्राम ऑफ फिजिकल बैलेंस। ਇਹ ਦੋ ਉਹਦੇ ਪੈਨ ਨੇ। ਲੈਫਟ ਪੈਨ ਦੇ ਵਿੱਚ ਜਿਹੜਾ ਅਸੀਂ ਬੋਡੀ ਰੱਖਾਂਗੇ ਜਿਹਦਾ ਮਾਸ ਮੈਜ਼ਰ ਕਰਨਾ ਹੈ, ਤੇ ਇਧਰ ਅਸੀਂ ਰੱਖਾਂਗੇ ਸਟੈਂਡਰਡ ਜਿਹੜੇ ਸਾਨੂੰ ਸਟੈਂਡਰਡ ਜਿਹੜੇ ਮਾਸਿਸ ਪਤਾ ਨੇ ਇੱਥੇ ਪਾਵਾਂਗੇ। ਇੱਥੇ ਬੋਡੀ ਦਾ ਜਿਹੜਾ ਹੈ ਮਾਸ ਜਿਹੜਾ ਤੁਸੀਂ ਮੈਜ਼ਰ ਕਰ ਸਕਦੇ ਆ। ਆਮ ਤੌਰ ਤੇ ਕੈਮਿਸਟਰੀ ਲੈਬ ਦੇ ਵਿੱਚ ਜਿਹੜਾ ਹੈ ਸਾਲਟ ਐਨਾਲਿਸਿਸ ਵਾਲੇ ਪ੍ਰੈਕਟੀਕਲ ਕਰੋਗੇ ਉੱਥੇ ਇਹਦੀ ਜਿਹੜੀ ਵਰਤੋਂ ਬਹੁਤ ਕੀਤੀ ਜਾਂਦੀ ਹੈ। ਦਿਸ ਇਜ਼ ਕਾਲਡ ਦਾ ਫਿਜ਼ੀਕਲ ਬੈਲੈਂਸ। ਇਹਦੀ ਕੋਈ ਪ੍ਰੋਬਲਮ ਨਹੀਂ ਹੈ, ਇਹਨੂੰ ਜਿੱਥੇ ਮਰਜ਼ੀ ਲੈ ਕੇ ਤੁਸੀਂ ਮੈਜ਼ਰ ਕਰੋਗੇ ਰਿਜ਼ਲਟ ਵਧੀਆ ਆਣਗੇ। ਕਾਰਨ ਇਹਦੇ ਜਿਹੜੇ ਨੇ ਦੋ ਪੈਨਸ ਨੇ, ਜੇ ਇਧਰੋਂ ਗ੍ਰੈਵਿਟੀ ਦਾ ਪੁੱਲ ਹੋਏਗਾ ਤੇ ਇਧਰੋਂ ਵੀ ਗ੍ਰੈਵਿਟੀ ਦਾ ਪੁੱਲ ਪਏਗਾ, ਦੋਨੋਂ ਪਾਸੇ ਉਹ ਬਰਾਬਰ ਹੀ ਜਿਹੜੀ ਹੈ ਚੇਂਜਸ ਆਏਗੀ। ਇਹਦੀ ਪ੍ਰੋਬਲਮ ਚ ਕੋਈ ਨਹੀਂ ਆਂਦਾ। ਲੇਕਿਨ ਸਪਰਿੰਗ ਬੈਲੈਂਸ ਹੈ ਉਹਦੀ ਕੈਲੀਬ੍ਰੇਸ਼ਨ ਦੇ ਅਕੋਰਡਿੰਗ ਜਿਹੜੀ ਹੈ ਥੋੜੀ ਜਿਹੀ ਚੇਂਜਸ ਆ ਸਕਦੀਆਂ ਨੇ। ਮਾਸ ਕਦੀ ਵੀ ਜਿਹੜਾ ਹੈ ਚੇਂਜ ਨਹੀਂ ਹੁੰਦਾ, ਭਾਵੇਂ ਲੋਕੇਸ਼ਨ ਚੇਂਜ ਕਰੋ, ਟੈਂਪਰੇਚਰ ਵਗੈਰਾ ਦੇ ਉੱਤੇ ਉਹ ਡਿਪੈਂਡ ਨਹੀਂ ਕਰਦਾ। ਇੱਕ ਟਰਮ ਜਿਹੜੀ ਹੈ ਉਹ ਅਸੀਂ ਨੈਕਸਟ ਟੌਪਿਕ ਦੇ ਵਿੱਚ ਵੀ ਡਿਸਕਸ ਕਰਾਂਗੇ ਕਿ ਵਾਟ ਇਜ਼ weight and how it differ from mass and weight। now next lecture ਦੇ ਵਿੱਚ ਇਸ ਨੂੰ ਡਿਸਕਸ ਕਰਨ ਤੋਂ ਬਾਅਦ ਅਸੀਂ ਬੇਟਾ ਲੈਂਥ ਬਾਰੇ ਵੀ ਅਸੀਂ ਡਿਸਕਸ ਕਰਨਾ ਹੈ। ਥੈਂਕ ਯੂ।